TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਲਗਭਗ 23,000 ਕਰੋੜ ਦੀ ਧੋਖਾਧੜੀ ਦਾ ਪਰਦਾਫਾਸ਼। ਸਿੱਧੂ ਨੇ ਆਪਣਾ ਵਾਅਦਾ ਪੁਗਾਇਆ, ਪੰਜਾਬ ਮਾਡਲ ਸੋਸ਼ਲ ਮੀਡੀਆ ਤੇ ਕੀਤਾ ਜਾਰੀ। ਕੀ ਪਰਨੀਤ ਕੌਰ ਹੋਣਗੇ ਭਾਜਪਾ 'ਚ ਸ਼ਾਮਲ? ਕਿਸਾਨਾਂ ਵੱਲੋਂ ਭਾਜਪਾ ਦੇ ਬਾਈਕਾਟ ਦੇ ਸੱਦੇ ਤੋਂ ਬਾਅਦ ਲਗਾਤਾਰ ਵਿਰੋਧ ਦੀਆਂ ਖਬਰਾਂ। ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਵੀ ਵਿਰੋਧ ਹੋਇਆ ਸ਼ੁਰੂ। ਸੰਯੁਕਤ ਸਮਾਜ ਮੋਰਚਾ ਤੇ ਖੱਬੀਆਂ ਧਿਰਾਂ ਚੋਣ ਮੈਦਾਨ ਵਿੱਚੋਂ ਹੋਣਗੀਆਂ ਬਾਹਰ ਅਤੇ ਡੇਰਾ ਸੱਚਾ ਸੌਦਾ ਨੇ ਚੋਣ ਪ੍ਰਚਾਰ ਕੀਤਾ ਸ਼ੁਰੂ। ਦੋਸਤੋ, ਇਹਨਾਂ ਜਾਣਕਾਰੀਆਂ ਨੂੰ ਆਧਾਰ ਬਣਾ ਕੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਇਹਦੇ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਭਾਰਤ ਕਹਿੰਦੇ ਇੱਕ ਗਰੀਬ ਮੁਲਕ ਹੈ, ਪਰ ਜਿਸ ਤਰ੍ਹਾਂ ਦੀਆਂ ਖਬਰਾਂ ਦਿਨ ਪ੍ਰਤੀ ਦਿਨ ਧੋਖਾਧੜੀਆਂ, ਘਪਲੇ, ਘੁਟਾਲੇ ਸਾਹਮਣੇ ਆਉਂਦੇ ਹੈ, ਲੱਗਦਾ ਨਹੀਂ ਕਿ ਭਾਰਤ ਕੋਈ ਗਰੀਬ ਮੁਲਕ ਹੈ। ਭਾਰਤ ਗਰੀਬ ਨਹੀਂ, ਪਰ ਭਾਰਤ ਦੇ ਰਹਿਣ ਵਾਲੇ ਗਰੀਬ ਹੁੰਦੇ ਜਾ ਰਹੇ ਨੇ। ਇੱਕ ਹੋਰ ਧੋਖਾਧੜੀ ਦਾ ਪਰਦਾਫਾਸ਼ ਹੋਇਆ ਤੇ ਮਾਮਲਾ ਜਿਹੜਾ ਪ੍ਰਕਾਸ਼ ਦੇ ਵਿੱਚ ਆਇਆ ਹੈ, ਇਹ ਮਾਮਲਾ 2-4 ਹਜ਼ਾਰ ਕਰੋੜ ਰੁਪਏ ਦਾ ਨਹੀਂ, ਸਗੋਂ 22,842 ਕਰੋੜ ਤੋਂ ਵੱਧ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਅਤੇ ਇਸ ਮਾਮਲੇ ਦੇ ਵਿੱਚ ਹੁਣ CBI ਨੇ ਆਪਣੀ ਜਾਂਚ ਪੜਤਾਲ ਅੱਗੇ ਵਧਾ ਦਿੱਤੀ ਹੈ। CBI ਨੇ ABG ਸ਼ਿਪਯਾਰਡ ਲਿਮਟਿਡ ਅਤੇ ਉਸਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਿਸ਼ੀ ਕਮਲੇਸ਼ ਅਗਰਵਾਲ ਅਤੇ ਹੋਰਨਾਂ ਨੂੰ ਮੁਲਜ਼ਮ ਬਣਾ ਲਿਆ ਹੈ। ਉਹਨਾਂ ਤੇ ਦੋਸ਼ ਇਹ ਨੇ ਕਿ ਇਹਨਾਂ ਨੇ ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਹੋਰ ਕਈ ਬੈਂਕਾਂ ਦੇ ਨਾਲ ਵੱਡੀ ਠੱਗੀ ਮਾਰ ਲਈ ਹੈ। ਅਗਰਵਾਲ ਤੋਂ ਇਲਾਵਾ CBI ਨੇ ਤਤਕਾਲੀ ਕਾਰਜਕਾਰੀ ਡਾਇਰੈਕਟਰ ਸੰਤਾਨਮ ਮੁਤਾਸਵਾਮੀ, ਡਾਇਰੈਕਟਰ ਅਸ਼ਵਨੀ ਕੁਮਾਰ, ਸੁਸ਼ੀਲ ਕੁਮਾਰ ਅਗਰਵਾਲ ਅਤੇ ਰਵੀ ਵਿਮਲ ਨਵੇਤੀਆ ਅਤੇ ਇੱਕ ਹੋਰ ਪ੍ਰਾਈਵੇਟ ਕੰਪਨੀ ABG ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੂੰ ਵੀ ਇਸ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਭਰੋਸਾ ਤੋੜਨ ਅਤੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਦੇ ਹੇਠ ਧਿਰ ਬਣਾ ਲਿਆ ਹੈ। ਇਹਨਾਂ ਦੇ ਵਿਰੁੱਧ IPC ਦੀਆਂ ਵੱਖੋ-ਵੱਖ ਧਾਰਾਵਾਂ, ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹੈ। ਬੈਂਕ ਨੇ ਇਸ ਮਾਮਲੇ ਵਿੱਚ ਪਹਿਲੀ ਸ਼ਿਕਾਇਤ ਦਰਅਸਲ 8 ਨਵੰਬਰ 2019 ਨੂੰ ਦਿੱਤੀ। ਉਹਦੇ ਤੇ CBI ਨੇ 12 ਮਾਰਚ 2020 ਨੂੰ ਕੁਝ ਸਪਸ਼ਟੀਕਰਨ ਮੰਗੇ ਸੀ। ਇਹਦੇ ਤੋਂ ਬਾਅਦ ਬੈਂਕ ਨੇ ਬੀਤੇ ਵਰੇ ਅਗਸਤ ਮਹੀਨੇ ਇੱਕ ਹੋਰ ਨਵੀਂ ਸ਼ਿਕਾਇਤ ਦਰਜ ਕਰਵਾਈ। ਲਗਭਗ 1.5 ਸਾਲ ਤੋਂ ਵੱਧ ਸਮੇਂ ਤੱਕ ਇਹ ਜਾਂਚ ਪੜਤਾਲ ਚੱਲਦੀ ਰਹੀ। ਜਾਂਚ ਪੜਤਾਲ ਤੋਂ ਬਾਅਦ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਬੀਤੀ 7 ਤਰੀਕ ਨੂੰ FIR ਦਰਜ ਕਰ ਲਈ ਗਈ ਹੈ। CBI ਦੇ ਵੱਲੋਂ ਹੁਣ ਤੱਕ ਦਰਜ ਕੀਤਾ ਗਿਆ ਇਹ ਸਭ ਤੋਂ ਵੱਡਾ ਭਾਰਤ ਵਿੱਚ ਬੈਂਕ ਧੋਖਾਧੜੀ ਦਾ ਕੇਸ ਹੈ, ਜਿਹਦੇ ਉੱਤੇ FIR ਦਰਜ ਕੀਤੀ ਗਈ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਬੈਂਕ ਵੱਲੋਂ ਜਿਹੜੇ ਮੰਤਵ ਨਾਲ, ਜਿਹੜੇ ਮਨਸ਼ੇ ਦੇ ਨਾਲ ਇਹ ਪੈਸੇ ਰਿਲੀਜ਼ ਕਰਵਾਏ ਗਏ ਸੀ, ਉਹਦੇ ਵਾਸਤੇ ਇਹ ਵਰਤੇ ਨਹੀਂ ਗਏ। ਇਹਨਾਂ ਵਿੱਚੋਂ ਬਹੁਤ ਸਾਰਾ ਪੈਸਾ ਆਪਣੇ ਨਿੱਜੀ ਖਾਤਿਆਂ ਵਿੱਚ ਅਤੇ ਉਹਨਾਂ ਦੇ ਵਿੱਚੋਂ ਉਹ ਵਿਦੇਸ਼ਾਂ ਦੇ ਵਿੱਚ ਭੇਜ ਦਿੱਤਾ ਗਿਆ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ, ਗੁਜਰਾਤ ਨਾਲ ਸੰਬੰਧਿਤ ਘਟਨਾ ਸੀ ਤੇ ਇਹ ਵੀ ਗੁਜਰਾਤ ਨਾਲ ਸੰਬੰਧਿਤ ਹੈ ਕਿ ਉਹ ਘਟਾਲਾ ਵੀ ਨੀਰਵ ਮੋਦੀ ਨਾਮ ਦੇ ਵਿਅਕਤੀ ਨਾਲ ਸੰਬੰਧਿਤ ਸੀ, ਜਿਹਦੇ ਵਿੱਚ ਉਹਨੇ ਲਗਭਗ 13,000 ਕਰੋੜ ਰੁਪਏ ਦਾ ਘੁਟਾਲਾ ਕੀਤਾ ਸੀ। ਹੁਣ ਤੁਸੀਂ ਦੇਖੋ ਕਿ ਐਡੇ ਵੱਡੇ ਘੁਟਾਲੇ, ਜਿੱਥੋਂ ਮੈਂ ਇਸ ਖਬਰ ਦੀ ਸ਼ੁਰੂਆਤ ਕੀਤੀ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਭਾਰਤ ਗਰੀਬ ਹੈ ਜਾਂ ਭਾਰਤ ਦੇ ਲੋਕ ਗਰੀਬ ਨੇ। ਕੁਝ ਕੁ ਲੋਕ ਨੇ ਹਜ਼ਾਰਾਂ ਕਰੋੜਾਂ ਰੁਪਏ ਦਾ ਧੋਖਾ ਕਰਦੇ ਆ, ਠੱਗੀਆਂ ਮਾਰਦੇ ਆ, ਵਿਦੇਸ਼ ਦੌੜ ਜਾਂਦੇ ਆ। ਆਮ ਬੰਦਾ ਕੋਈ ਛੋਟੇ-ਮੋਟੇ 751 ਦੇ ਮੁਕੱਦਮੇ 'ਚ ਹੋਵੇ ਤਾਂ ਪਾਸਪੋਰਟ ਜ਼ਬਤ ਕਰ ਲਿਆ ਜਾਂਦਾ ਹੈ, ਏਅਰਪੋਰਟ ਤੋਂ ਉਹਨੂੰ ਹਵਾਈ ਅੱਡਿਓਂ ਚੜ੍ਹਨ ਨਹੀਂ ਦਿੱਤਾ ਜਾਂਦਾ। ਪਰ ਇਹ ਲੋਕ ਧੋਖੇ ਵੀ ਕਰਦੇ ਆ, ਵਿਦੇਸ਼ ਵੀ ਉਡਾਰੀਆਂ ਮਾਰ ਜਾਂਦੇ ਆ। ਆਮ ਬੰਦਾ 20-50 ਹਜ਼ਾਰ ਰੁਪਏ ਦਾ ਡਿਫਾਲਟਰ ਹੋ ਜਾਏ, ਉਹਦੇ ਵਾਸਤੇ ਦੋ ਰਾਹ ਬਚਦੇ ਆ, ਜਾਂ ਤਾਂ ਕੁਰਕੀ ਕਰਵਾ ਲਵੇ ਜਾਂ ਉਹ ਸਮਾਜ ਕੀ ਕਹੂਗਾ ਆਪਣਾ ਨੱਕ ਬਚਾਉਂਦਿਆਂ ਬਚਾਉਂਦਾ ਆਪਣੀ ਜਾਨ ਦੇ ਜਾਂਦਾ ਹੈ। ਪੰਜਾਬ ਦੇ ਵਿੱਚ ਕਿੰਨੇ ਕਿਸਾਨ ਖੁਦਕੁਸ਼ੀਆਂ ਕਰ ਗਏ, ਤੁਹਾਡੇ ਸਾਹਮਣੇ ਆ ਕਿ ਕਿੰਨੇ ਵੱਡੇ ਘੁਟਾਲੇ ਨੂੰ ਅੰਜਾਮ ਦੇ ਦਿੱਤਾ ਹੈ। ਅਤੇ ਭਾਰਤ ਦਾ ਬੈਂਕਾਂ ਦੇ ਲਈ ਸਭ ਤੋਂ ਵੱਡਾ ਅੱਜ ਤੱਕ ਦਾ ਘੁਟਾਲਾ ਹੈ। ਕਿਸੇ ਨੇ ਖੁਦਕੁਸ਼ੀ ਨਹੀਂ ਕਰਨੀ, ਕਿਸੇ ਦੀ ਗੁਰਕੀ ਨਹੀਂ ਹੋਣੀ,
ਆ ਤੁਸੀਂ ਦੇਖ ਲਿਓ, ਔਰ ਪਿਛਲਿਆਂ ਦੇ ਵਿੱਚ ਜੇਕਰ ਕੁਝ ਹੋਇਆ ਤਾਂ ਤੁਸੀਂ ਦੱਸ ਦਿਓ। ਸੱਚਮੁੱਚ ਸੋਚਣਾ ਪਊ ਕਿ ਘਪਲੇ ਇਹ ਘੁਟਾਲੇ ਹੋ ਕਿਉਂ ਰਹੇ ਨੇ, ਇਹ ਚੋਰ ਭਗੌਰੇ ਬੰਦ ਕਿਉਂ ਨਹੀਂ ਕੀਤੇ ਜਾ ਰਹੇ। ਤੇ ਅਗਲੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਖਬਰ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣਾ ਵਾਅਦਾ ਪੁਗਾ ਦਿੱਤਾ ਹੈ। ਲੰਬੇ ਸਮੇਂ ਤੋਂ ਨਵਜੋਤ ਸਿੰਘ ਦੁਹਾਈ ਪਾਉਂਦੇ ਰਹੇ ਕਿ ਭਾਈ ਪੰਜਾਬ ਇਸ ਵਕਤ ਗਰਕਦਾ ਜਾ ਰਿਹਾ ਹੈ, ਮੇਰੇ ਕੋਲ ਇਹਨਾਂ ਮੁਸੀਬਤਾਂ ਦਾ ਹੱਲ ਹੈ। ਉਹ ਮੁਸੀਬਤਾਂ ਦਾ ਹੱਲ ਆਪਣਾ ਪੰਜਾਬ ਮਾਡਲ ਦੱਸਿਆ ਕਰਦੇ ਸੀ ਕਿ ਇਸ ਮਾਡਲ ਦੇ ਨਾਲ ਪੰਜਾਬ ਬਿਹਤਰ ਹੋ ਸਕਦਾ, ਮੁਸ਼ਕਲਾਂ ਚੋਂ ਬਾਹਰ ਆ ਸਕਦਾ ਹੈ। ਪਰ ਬੀਤੇ ਦਿਨੀ ਰਾਹੁਲ ਗਾਂਧੀ ਪੰਜਾਬ ਜਾਂਦੇ ਨੇ, ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰ ਦਿੰਦੇ ਨੇ। ਉਹਦੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਭਾਵੇਂ ਕਾਂਗਰਸ ਦੇ ਵਿੱਚ ਨੇ, ਪਰ ਨਿਰਾਸ਼ਾ ਦੇ ਆਲਮ ਵਿੱਚ ਜ਼ਰੂਰ ਨੇ, ਸਿਰਫ ਆਪਣੇ ਹਲਕੇ ਤੱਕ ਸੀਮਤ ਹੋ ਕੇ ਰਹਿ ਗਏ ਆ। ਉਹਨਾਂ ਨੇ ਕਈ ਦਿਨ ਪਹਿਲਾਂ ਆਖ ਦਿੱਤਾ ਸੀ ਕਿ ਇਹ ਮਾਡਲ ਉਹਨਾਂ ਦਾ ਆਪਣਾ ਮਾਡਲ ਨਹੀਂ, ਇਹ ਮਾਡਲ ਪੰਜਾਬ ਦਾ ਹੈ ਤੇ ਇਸ ਮਾਡਲ ਨੂੰ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦੇਣਗੇ, ਭਾਵੇਂ ਕੋਈ ਵੀ ਬੰਦਾ, ਕੋਈ ਵੀ ਪਾਰਟੀ ਇਸ ਮਾਡਲ ਨੂੰ ਅਪਣਾਵੇ, ਕਿਉਂਕਿ ਉਹ ਪੰਜਾਬ ਦਾ ਭਲਾ ਚਾਹੁੰਦੇ ਨੇ, ਪੰਜਾਬ ਦੀ ਭਲਾਈ ਚਾਹੁੰਦੇ ਨੇ। ਆਪਣੇ ਕੀਤੇ ਵਾਅਦੇ ਦੇ ਅਨੁਸਾਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣਾ ਇਹ ਮਾਡਲ, ਇਹ 13 ਨੁਕਾਤੀ ਏਜੰਡਾ ਜੋ ਕਿ ਤਕਰੀਬਨ 30 ਸਫ਼ਿਆਂ ਦਾ ਹੈ, ਉਹ ਸ਼ੇਅਰ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਇਹ ਮਾਡਲ ਕਾਂਗਰਸ ਪਾਰਟੀ ਨੂੰ ਵੀ ਉਹ ਸੌਂਪ ਚੁੱਕੇ ਨੇ। ਸਿੱਧੂ ਦੇ 13 ਨੁਕਾਤੀ ਏਜੰਡੇ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਸੁਧਾਰ, ਆਮਦਨ, ਖੇਤੀ ਤੇ ਕਿਸਾਨ, ਔਰਤਾਂ ਦੇ ਸਸ਼ਕਤੀਕਰਨ, ਰੁਜ਼ਗਾਰ ਅਤੇ ਕਿਰਤ ਸੁਧਾਰ, ਸਿਹਤ ਸੰਭਾਲ, ਅਧਿਆਪਕ ਅਤੇ ਵਿੱਦਿਆ, ਸਨਅਤ, ਅਮਨ ਕਾਨੂੰਨ, ਡਿਜੀਟਲ ਪੰਜਾਬ, ਵਾਤਾਵਰਣ, ਜਨ ਸਹੂਲਤਾਂ, ਸਮਾਜ ਭਲਾਈ, ਹੁਨਰ ਨਿਪੁੰਨਤਾ ਆਦਿ ਇਸ ਤਰ੍ਹਾਂ ਦੇ ਮੁੱਦੇ ਉਹਦੇ ਵਿੱਚ ਸ਼ਾਮਲ ਹੈ। ਪੰਜਾਬ ਰਾਜ ਅਤੇ ਸਥਾਨਕ ਸਰਕਾਰਾਂ ਦੇ ਵਿਭਾਗ ਨੂੰ ਹੋਰ ਮਜ਼ਬੂਤ ਕਰਨਾ, ਇਹਦੇ ਵਿੱਚ ਸ਼ਰਾਬ, ਜਿਹੜੇ ਖਾਨਾਂ ਨੇ ਉਹ, ਕੇਬਲ ਤੇ ਟਰਾਂਸਪੋਰਟ ਮਾਫੀਆ ਉਹ ਕਿਵੇਂ ਖਤਮ ਕੀਤਾ ਜਾਵੇ, ਨਜਾਇਜ਼ ਮਾਈਨ ਕਿਵੇਂ ਖਤਮ ਕੀਤੀ ਜਾਵੇ, ਉਹਦਾ ਰਾਹ ਵੀ ਦੱਸਿਆ ਹੋਇਆ ਹੈ। ਪ੍ਰਸ਼ਾਸਨਿਕ ਸੁਧਾਰਾਂ ਦੇ ਏਜੰਡੇ ਵਿੱਚ ਸਿੱਧੂ ਨੇ ਜਿੱਤੇਗਾ ਪੰਜਾਬ, ਇਸ ਏਜੰਡੇ ਦੇ ਵਿੱਚ ਲਿਖਿਆ ਹੈ ਕਿ ਪੰਚਾਇਤੀ ਰਾਜ ਨੂੰ ਕਿਵੇਂ ਵਧੇਰੇ ਤਾਕਤਾਂ ਦਿੱਤੀਆਂ ਜਾਣ, ਡਿਜੀਟਲ ਪੰਜਾਬ, ਸਹਿਕਾਰੀ ਪ੍ਰਣਾਲੀ ਨੂੰ ਮਜ਼ਬੂਤ ਕਿਵੇਂ ਕੀਤਾ ਜਾਵੇ, ਇਹ ਸਾਰਾ ਇਸ ਏਜੰਡੇ ਦੇ ਵਿੱਚ ਉਹਨੇ ਸ਼ਾਮਲ ਕੀਤਾ ਹੈ। ਪੰਜਾਬ ਵਿਧਾਨ ਸਭਾ ਹਰ ਸਾਲ ਘੱਟੋ ਘੱਟ ਕਹਿੰਦੇ 90 ਦਿਨ ਚੱਲੂ ਤੇ ਇਹਦੇ ਨਾਲ ਉਹ ਟੀਵੀ ਚੈਨਲਾਂ ਤੇ ਦਿਖਾਈ ਜਾਊ ਤੇ ਵਿੱਤੀ ਸਥਿਤੀ ਕੀ ਹੈ ਇਹਦੇ ਬਾਰੇ ਆਨਲਾਈਨ ਪੋਰਟਲ ਹੋਊ। ਪੰਜਾਬ ਸਰਕਾਰ ਇੱਕ ਸ਼ਰਾਬ, ਇਹਦੇ ਨਾਲ ਇੱਕ ਸੈਂਡ, ਇਹ ਨਿਗਮ ਆਪ ਤਿਆਰ ਕਰੂਗੀ। ਭਾਵ ਇਹ ਜਿਹੜਾ ਭਾਵੇਂ ਸ਼ਰਾਬ ਦਾ ਧੰਦਾ ਹੈ ਤੇ ਭਾਵੇਂ ਆ ਸੈਂਡ ਜਿਹੜਾ ਮਾਫੀਆ ਚੱਲ ਰਿਹਾ ਹੈ, ਇਹਨੂੰ ਪੰਜਾਬ ਸਰਕਾਰ ਆਪਣੇ ਹੱਥਾਂ ਵਿੱਚ ਰੱਖ ਕੇ ਆਪਣੇ ਤਰੀਕੇ ਨਾਲ ਚਲਾਊਗੀ। ਲੰਬੇ ਰੂਟ ਦੇ ਉੱਤੇ ਬੱਸਾਂ ਚੱਲਣਗੀਆਂ ਸਿਰਫ ਪੀਆਰਟੀਸੀ ਦੀਆਂ ਤੇ ਪਨ ਬੱਸਾਂ। ਛੋਟੇ ਰੂਟਾਂ ਦੇ ਵਾਸਤੇ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਪਰਮਿਟ ਦਿੱਤੇ ਜਾਣਗੇ। ਇਸ਼ਤਿਹਾਰਬਾਜ਼ੀ ਨੀਤੀ ਰਾਹੀਂ ਮਾਲੀਆ ਇਕੱਠਾ ਕਰਨ ਦੀ ਯੋਜਨਾ ਬਣਾਈ ਜਾਊ। ਸਹਿਕਾਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਾਸਤੇ ਕੋਆਪਰੇਟਿਵ ਐਕਟ 1994 ਦੇ ਐਕਟ ਨੂੰ ਲਾਗੂ ਕੀਤਾ ਜਾਊ। ਪੰਜਾਬ ਦੀ ਆਮਦਨ ਵਿੱਚ 50,000 ਕਰੋੜ ਰੁਪਏ ਦਾ ਵਾਧੂ ਸਾਲਾਨਾ ਮਾਲੀਆ, ਕਰਜ਼ੇ ਤੇ ਪੰਜਾਬ ਦੇ ਵਿਕਾਸ ਲਈ ਨਿਵੇਸ਼ ਕੀਤਾ ਜਾਊ। ਪੰਜਾਬ ਇਸ ਕਰਕੇ ਕਹਿੰਦੇ ਲੀਹਾਂ ਤੇ ਲਿਆਂਦਾ ਜਾ ਸਕਦਾ ਜੇਕਰ ਉਹਨਾਂ ਦਾ ਮਾਡਲ ਲਾਗੂ ਕੀਤਾ ਜਾਵੇ। ਨਾਲ ਉਹਨਾਂ ਨੇ ਇਹਦੇ ਵਿੱਚ ਲਿਖਿਆ ਕਿ 50,000 ਕਰੋੜ ਰੁਪਈਆ ਕੇਂਦਰੀ ਯੋਜਨਾਵਾਂ ਦੇ ਵਿੱਚ ਨਿਵੇਸ਼ ਕੀਤਾ ਜਾਵੇਗਾ। ਸਰਕਾਰ ਵੱਲੋਂ ਸ਼ਰਾਬ ਅਤੇ ਰੇਤ, ਕੇਬਲ, ਬੱਸਾਂ ਨੂੰ, ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਹੱਥਾਂ ਵਿੱਚ ਲਿਆ ਜਾਊ। ਇਹ ਉਹਨਾਂ ਦਾ ਕੁੱਲ ਮਿਲਾ ਕੇ ਸੰਖੇਪ ਦੇ ਵਿੱਚ ਮੈਂ ਪੰਜਾਬ ਮਾਡਲ ਆ ਜਿਹੜਾ ਉਹਨੇ ਜਾਰੀ ਕੀਤਾ ਇਹ ਹੈ। ਹੁਣ ਵੇਖਦੇ ਹਾਂ ਕਿ ਇਸ ਮਾਡਲ ਨੂੰ ਕਾਂਗਰਸ ਲਾਗੂ ਕਰਦੀ ਹੈ, ਇਸ ਮਾਡਲ ਨੂੰ ਬਾਕੀ ਜੇ ਕੋਈ ਹੋਰ ਧਿਰ ਆਉਂਦੀ ਹੈ ਸੱਚਮੁੱਚ ਇਸ ਨੂੰ ਲਾਗੂ ਕਰਦੀ ਹੈ, ਜਾਂ ਜਿਸ ਤਰ੍ਹਾਂ ਉਹ ਬੀਤੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਨੂੰ ਫਲॉप ਮਾਡਲ ਦੱਸਦੇ ਆ, ਇਧਰੋਂ ਝਾਤੀ ਵੀ ਨਹੀਂ ਮਾਰਦੇ। ਪਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਮੈਂ ਵਾਅਦਾ ਕਰਦਾ ਜੇਕਰ ਮੇਰੇ ਹੱਥ ਕਮਾਨ ਦੇਣ ਤਾਂ ਘੱਟੋ ਘੱਟ 60 ਸੀਟਾਂ ਮੈਂ ਜਿੱਤ ਕੇ ਦੇ ਦਿਆਂਗਾ, ਪੰਜਾਬ ਨੂੰ ਇਸ ਖਲਜਗਣ ਦੇ ਵਿੱਚੋਂ ਕੱਢ ਕੇ ਦੇ ਦਿਆਂਗਾ। ਪਰ ਨਵਜੋਤ ਸਿੰਘ ਸਿੱਧੂ ਦੀ ਇਸ ਗੱਲ ਦੇ ਉੱਤੇ ਕਾਂਗਰਸ ਦੀ ਹਾਈ ਕਮਾਂਡ ਨੇ ਕੋਈ ਭਰੋਸਾ ਨਹੀਂ ਪ੍ਰਗਟਾਇਆ। ਉਹਨਾਂ ਨੂੰ ਲਾਂਭੇ ਕਰਕੇ ਚਰਨਜੀਤ ਸਿੰਘ ਚੰਨੀ ਜੀ ਨੂੰ ਅੱਗੇ ਲਾ ਕੇ ਪੰਜਾਬ ਦੀ ਦਲਿਤ ਵੋਟ ਦੇ ਉੱਤੇ ਨਿਸ਼ਾਨਾ ਕੀਤਾ ਗਿਆ। ਪਰ ਇਸ ਵਕਤ ਸਥਿਤੀ ਕਾਂਗਰਸ ਦੀ ਡਾਮਾਡੋਲ ਜਾਪ ਰਹੀ ਹੈ। ਕਿਉਂ? ਕਿਉਂਕਿ ਕੱਲ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਕਾਂਗਰਸ ਦੇ ਵੱਡੇ ਆਗੂ ਕਾਂਗਰਸ ਤੋਂ ਮੂੰਹ ਮੋੜ ਰਹੇ ਨੇ। ਕੱਲ ਆਪਾਂ ਜਸਵੀਰ ਡਿੰਪਾ ਦਾ ਜ਼ਿਕਰ ਕੀਤਾ ਸੀ
ਕਿ ਕਿਸੇ ਵਕਤ ਵੀ ਝਟਕਾ ਕਾਂਗਰਸ ਨੂੰ ਦੇ ਸਕਦੇ ਆ। ਇੱਧਰ ਹੁਣ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ ਤੇ 4 ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕੇ ਆ, ਉਹ ਵਿਦੇਸ਼ ਰਾਜ ਮੰਤਰੀ ਵੀ ਰਹਿ ਚੁੱਕੇ ਨੇ। ਪਰ ਹੁਣ ਬੀਤੇ ਲੰਬੇ ਸਮੇਂ ਤੋਂ, ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਬਣਾਈ ਹੈ, ਉਹ ਚੁੱਪ ਕਰੇ ਬੈਠੇ ਸੀ, ਆਪਣੇ ਘਰੇ ਬੈਠੇ ਸੀ। ਪਰ ਹੁਣ ਲਗਭਗ ਸਾਰੇ ਖਦਸ਼ੇ ਦੂਰ ਕਰ ਦਿੱਤੇ ਹੈ। ਸ਼ਨੀਵਾਰ ਦਾ ਦਿਨ ਸੀ, ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਨੇ ਕੈਪਟਨ ਅਮਰਿੰਦਰ ਸਿੰਘ। ਉਹਨਾਂ ਵਾਸਤੇ ਪ੍ਰਨੀਤ ਕੌਰ ਨੇ ਚੋਣ ਪ੍ਰਚਾਰ ਕੀਤਾ। ਭਾਜਪਾ ਦੇ ਆਗੂ ਨੇ ਆਸ਼ੂਤੋਸ਼ ਗੌਤਮ ਦੇ ਵੱਲੋਂ ਸਰਹੰਦੀ ਗੇਟ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ। ਕਹਿਣ ਦਾ ਭਾਵ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਸੀ। ਉਸ ਮੀਟਿੰਗ ਦੇ ਵਿੱਚ ਵੀ ਪ੍ਰਨੀਤ ਕੌਰ ਉਚੇਚੇ ਤੌਰ ਤੇ ਪਹੁੰਚੇ। ਪਟਿਆਲਾ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਉਹ ਕਹਿੰਦੀ, ਮੈਂ ਕੈਪਟਨ ਅਮਰਿੰਦਰ ਸਿੰਘ ਦੇ ਵਾਸਤੇ ਵੋਟਾਂ ਮੰਗ ਰਹੀ ਹਾਂ। ਹਾਲਾਂਕਿ ਮੈਨੂੰ ਇਸ ਗੱਲ ਦਾ ਕੋਈ ਪੱਕਾ ਪਤਾ ਨਹੀਂ ਕਿ ਕੀ ਸੱਚਮੁੱਚ ਪਟਿਆਲਾ ਦੇ ਲੋਕਾਂ ਦੀਆਂ ਭਾਵਨਾਵਾਂ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੀਆਂ ਹੋਈਆਂ ਨੇ। ਉਹਨਾਂ ਇੱਥੋਂ ਤੱਕ ਆਖਿਆ ਕਿ ਪੰਜਾਬ ਨੂੰ ਜੇਕਰ ਕੋਈ ਬਚਾ ਸਕਦਾ, ਸਿਰਫ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਚਾ ਸਕਦੀ ਹੈ। ਫਿਰ ਇੱਥੇ ਟਿੱਪਣੀ ਕਰਨੀ ਪਊ ਕਿ ਅੱਜ ਤੱਕ ਤੁਹਾਨੂੰ ਪੰਜਾਬ ਨਿੱਗਰਦਾ ਨਜ਼ਰ ਹੀ ਨਹੀਂ ਆਇਆ। ਜੇ ਪਹਿਲਾਂ ਤੋਂ ਤੁਹਾਨੂੰ ਇਸ ਗੱਲ ਦਾ ਇਲਮ ਹੈ ਜਾਂ ਹੁਣ ਇਲਮ ਹੋਇਆ ਹੈ ਕਿ ਪੰਜਾਬ ਨੂੰ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਬਚਾ ਸਕਦੀ ਹੈ, ਤਾਂ ਫਿਰ ਆਪਣੀ ਪਾਰਟੀ ਕਿਉਂ ਬਣਾਈ? ਫਿਰ ਕਾਂਗਰਸ ਦੀ ਸੰਸਦ ਮੈਂਬਰੋ, ਛੱਡੋ ਕਾਂਗਰਸ, ਜਾਓ ਭਾਰਤੀ ਜਨਤਾ ਪਾਰਟੀ ਵਿੱਚ, ਜੇ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਹੀ ਬਚਾ ਸਕਦੀ ਹੈ। ਹਵਾਲਾ ਉਹੀ ਦਿੱਤਾ ਜਿਸ ਤਰ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਦਿੰਦੇ ਹੁੰਦੇ ਨੇ। ਲੱਗਦਾ ਬੋਲ ਇਹ ਕੈਪਟਨ ਅਮਰਿੰਦਰ ਸਿੰਘ ਦੇ ਸੀ। ਕਹਿੰਦੇ ਪੰਜਾਬ ਇੱਕ ਬਾਰਡਰ ਸਟੇਟ ਹੈ। ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਹੈ ਜਿਹੜੀ, ਉਹ ਬੇਹੱਦ ਖਸਤਾ ਹੈ। ਕੇਂਦਰ ਦੇ ਸਹਿਯੋਗ ਤੋਂ ਬਗੈਰ ਪੰਜਾਬ ਕਿਸੇ ਵੀ ਹਾਲਤ ਵਿੱਚ ਬਚ ਨਹੀਂ ਸਕਦਾ, ਚੱਲ ਨਹੀਂ ਸਕਦਾ। ਜੇ ਇਹ ਬਿਲਕੁਲ ਸਥਿਤੀ ਜਿਹੜੀ ਉਹ ਬਿਆਨ ਕਰਦੇ ਨੇ ਸੱਚੀ ਹੈ, ਤਾਂ ਇੱਥੇ ਸਵਾਲ ਪੈਦਾ ਹੁੰਦਾ ਹੈ, ਜੇ ਇਹਦਾ ਮਤਲਬ ਸੂਬੇ 'ਚ ਕਾਂਗਰਸ ਸਰਕਾਰ ਹੈ, ਉੱਪਰ ਭਾਜਪਾ, ਜਾਂ ਉੱਪਰ ਕਾਂਗਰਸ ਹੈ, ਹੇਠਾਂ ਅਕਾਲੀ ਜਾਂ ਭਾਜਪਾ ਜਾਂ ਆਪ ਹੈ, ਇਹਦਾ ਮਤਲਬ ਸਿਰਫ ਪੰਜਾਬ ਦੀ ਮਦਦ ਉਸੇ ਵਕਤ ਹੋਏਗੀ ਜੇ ਉੱਪਰ ਵੀ ਉਸੇ ਪਾਰਟੀ ਦੀ ਸਰਕਾਰ ਹੋਵੇ ਤੇ ਹੇਠਾਂ ਵੀ ਉਸੇ ਪਾਰਟੀ ਦੀ ਸਰਕਾਰ ਹੋਵੇ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ, ਕਾਂਗਰਸ ਦੀ UPA ਸਰਕਾਰ, ਤੇ ਪੰਜਾਬ ਦੇ ਵਿੱਚ ਇਸ ਗੱਲ ਦੀ ਗਵਾਹੀ ਪ੍ਰਕਾਸ਼ ਸਿੰਘ ਬਾਦਲ ਵੀ ਦਿੰਦੇ ਆ ਕਿ ਵੱਡੇ ਮੋਟੇ ਫੰਡ ਮਿਲਦੇ ਰਹੇ ਆ। ਇਹਦਾ ਮਤਲਬ ਇਹ ਦਲੀਲ ਚੱਜ ਦੀ ਤਾਂ ਹੈ ਨਹੀਂ, ਪਰ ਇਹ ਗੱਲ ਸੱਚੀ ਹੈ ਕਿ ਹੁੰਦਾ ਇੰਜ ਜ਼ਰੂਰ ਹੈ। ਉਹ ਕਹਿੰਦੇ ਇਸੇ ਹੀ ਕਰਕੇ ਕਿ ਜੇਕਰ ਪੰਜਾਬ ਬਚਾਉਣਾ ਹੈ, ਖਸਤਾ ਹਾਲਤ ਚੋਂ ਬਾਹਰ ਕੱਢਣਾ ਹੈ, ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਪਾਰਟੀ, ਜਿਹਨੇ ਭਾਜਪਾ ਦੇ ਨਾਲ ਗੱਠ ਜੋੜ ਕੀਤਾ, ਪੰਜਾਬ ਦਾ ਖਜ਼ਾਨਾ ਜੇਕਰ ਭਰਨਾ ਹੈ, ਪੰਜਾਬ ਨੂੰ ਲੀਹਾਂ ਤੇ ਤੋਰਨਾ, ਤਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਾਓ। ਵਿਕਾਸ ਵਾਸਤੇ ਪੈਸਾ ਕਿੱਥੋਂ ਲਿਆਉਣਗੀਆਂ? ਉਹ ਕਹਿੰਦੀਆਂ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਅਸੀਂ ਵਿਕਾਸ ਕਰਾਂਗੇ। ਪ੍ਰਨੀਤ ਕੌਰ ਕਹਿੰਦੇ ਦੱਸੋ ਤਾਂ ਸਹੀ। ਪਰ ਦੂਸਰੇ ਪਾਸੇ ਆ ਪੰਜਾਬ ਮਾਡਲ ਮੈਂ ਹੁਣੀ ਦੱਸ ਕੇ ਹਟਿਆ, ਹੁਣ ਇਹ ਸੋਸ਼ਲ ਮੀਡੀਆ ਤੇ ਸ਼ੇਅਰ ਹੋ ਗਿਆ, ਪ੍ਰਨੀਤ ਕੌਰ ਜੀ ਜ਼ਰੂਰ ਪੜ੍ਹ ਲਿਓ। ਇਹ ਕਹਿੰਦੇ ਪੈਸਾ ਸਿਰਫ ਤੇ ਸਿਰਫ ਕੇਂਦਰ ਸਰਕਾਰ ਕੋਲੋਂ ਮਿਲ ਸਕਦਾ ਹੈ। ਪਰ ਪ੍ਰਨੀਤ ਕੌਰ ਜੀ, ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ ਪੰਜਾਬ ਦਾ GST ਦੇ ਰੂਪ ਵਿੱਚ ਸਾਰਾ ਟੈਕਸ ਕੇਂਦਰ ਸਰਕਾਰ ਲੈ ਕੇ ਜਾਂਦੀ ਹੈ। ਉਹ ਕੋਈ ਖੈਰਾਤ ਨਹੀਂ ਦਿੰਦੀ, ਆਪਣਾ ਹਿੱਸਾ ਮੰਗਦਾ ਪੰਜਾਬ। ਤੇ ਦੂਸਰੀ ਗੱਲ, ਜੇਕਰ ਹਾਲੇ ਤੱਕ ਨਹੀਂ ਦੇਖਿਆ ਪ੍ਰੋਗਰਾਮ ਚੋਣ ਦੰਗਲ ਦੇ ਵਿੱਚ, ਮੈਂ ਇੱਕ ਦਿਨ ਪ੍ਰੋਗਰਾਮ ਪੇਸ਼ ਕੀਤਾ ਸੀ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਵਾਲਾ ਸੂਬਾ ਐਲਾਨਿਆ ਜਾ ਸਕਦਾ ਹੈ। ਸੰਸਦ ਮੈਂਬਰ ਹੈ ਪ੍ਰਨੀਤ ਕੌਰ, ਕੀ ਕਦੇ ਗੱਲ ਕੀਤੀ? ਹੁਣ ਸੈਸ਼ਨ ਚੱਲਦਾ ਸੀ, ਚਲੋ ਹੁਣ 14 ਮਾਰਚ ਤੱਕ ਮੁਲਤਵੀ ਆ, ਕਦੇ ਗਏ ਨਹੀਂ ਗਏ। ਉਹ ਕਹਿੰਦੇ ਕੇਂਦਰ 'ਚ ਭਾਜਪਾ ਦੀ ਸਰਕਾਰ ਹੈ, ਇਸ ਲਈ ਪੰਜਾਬ ਦੇ ਹਿੱਤਾਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕੀਤਾ ਹੈ। ਇੱਥੇ ਫਿਰ ਟਿੱਪਣੀ ਕਰਨੀ ਬਣਦੀ ਹੈ। 4.5 ਸਾਲ ਪੰਜਾਬ ਦੇ ਹਿੱਤ ਨਹੀਂ ਨਜ਼ਰ ਆਏ ਸੀ, ਉਦੋਂ ਵੀ ਸਮਝੌਤਾ ਕਰ ਲੈਂਦੇ, ਜਾਂ ਇਹ ਦੱਸ ਦਿਓ ਕਿ 4.5 ਸਾਲ ਵੀ ਕੈਪਟਨ ਸਾਹਿਬ ਸਮਝੌਤਾ ਕਰਕੇ ਚੱਲਦੇ ਰਹੇ ਹੈ। ਮੀਟਿੰਗ ਤੋਂ ਬਾਅਦ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹੈ ਕਿ ਉਹਨਾਂ ਲਈ ਪਰਿਵਾਰ ਪਹਿਲਾਂ, ਪਾਰਟੀ ਬਾਅਦ 'ਚ। ਉਹ ਆਪਣੇ ਪਤੀ ਵਾਸਤੇ ਚੋਣ ਪ੍ਰਚਾਰ ਕਰਨਗੇ। ਹੁਣ ਉਹ ਖੁੱਲ੍ਹ ਕੇ ਆਖਣ ਲੱਗ ਪਏ ਹੈ। ਉਹਨਾਂ ਦੇ ਰਾਜਨੀਤਿਕ ਭਵਿੱਖ ਬਾਰੇ ਉਹਨਾਂ ਨੂੰ ਪੁੱਛ ਲਿਆ। ਪ੍ਰਨੀਤ ਕੌਰ ਨੇ ਫਿਰ ਆਖਿਆ ਕਿ ਭਵਿੱਖ ਬਾਅਦ 'ਚ ਦੇਖਾਂਗੇ। ਇਸ ਵਕਤ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਗੱਠਜੋੜ ਦੀ ਉਹ ਮਦਦ ਕਰ ਰਹੇ ਨੇ ਅਤੇ ਮਦਦ ਕਰਨਗੇ। ਮੈਂ ਇਹ ਦੱਸ ਦਿਆਂ, ਪ੍ਰਨੀਤ ਕੌਰ ਕਾਂਗਰਸ ਤੋਂ ਪਹਿਲਾਂ ਹੀ ਦੂਰੀ ਬਣਾ ਚੁੱਕੇ ਆ।
पर कदे भी कांग्रेस के खिलाफ सीधे तौर पर उन्होंने चोण प्रचार नहीं सी कीता। यह पहली मीटिंग है जिथे वो कांग्रेस के मैंबर पार्लीमेंट होंदिया भाजपा की गठजोड़ वाली ये जड़ा एक गठजोड़ बनया हुआ सरकार बनाना चाहते वो वास्ते वोटां मंगियां होण अते आ ऐतवार वाले दिन भारत के गृह मंत्री अमित शाह पटियाला पहुंच रहे हैं। चर्चा है कि परनीत कौर कांग्रेस को वड्डा झटका दे सकते हैं। अमित शाह की अगवाई के हेठ अमित शाह की हाज़री दे विच वो भारतीय जनता पार्टी में शामिल हो सकते हैं, जिहदे तो बाद चर्चा ये भी चल रही है कि जेकर इंज ऐतवार वाले दिन परनीत कौर करते हैं तो केंद्र दे विच परनीत कौर को मंत्री मंडल में लिया जा सकता है तो उन्होंने मंत्री बनाया जा सकता है। हुण देखते हैं कि कैप्टन के परिवार की बिल्ली या बिल्ला थैलियों बाहर आउंदा है जां नहीं। फिर तो सीधा जगजार हो जाना है कि कैप्टन की PLC PLC कुछ नहीं, ये सिर्फ एक भाजपा का ही विंग है। जेकर अपनी पार्टी है तो फिर उन्होंने धर्म पत्नी उस पार्टी में शामिल होने की बजाय भाजपा च क्यों होणगे? कोई नहीं, कुछ घंटिया का हेर फेर है, कल के प्रोग्राम च लेखा जोखा करांगे। ते हुण किसान धिरां दे वल्लों संयुक्त किसान मोर्चा के वल्लों बीते दिनी एक ऑनलाइन मीटिंग की गई सी कि भाजपा के सहयोगियों का आपां विरोध करना है। लखीमपुर खीरी के दरअसल मुख दोषी आशीष मिश्रा ਅਤੇ संयुक्त किसान मोर्चा के नाल बीते वरे दसंबर महीने ਜਿਹੜੇ ਮੁੱਦਿਆਂ ਤੇ सहमति बनी सी दस्तखत कर दिते गए सन, उन्हां मसलिਆਂ ਤੇ ਘੇਸਲ ਵੱਟਣ ਤੋਂ ਬਾਅਦ बीते दिनी संयुक्त किसान मोर्चा ने जिहड़ी मीटिंग की ऐलान कर दिता कि विरोध तो करांगे भाई, साडे नाल वादा खिलाफी की है, विश्वासघात किया है, जिस कारण कल मनोहर लाल खट्टर ने पंजाब आउणा सी, पता लग्या कि वड्डे पद्धर ते विरोध होएगा, उन्होंने अपना प्रोग्राम मुलतवी करना पिया जां रद्द करना भी आख्या जा सकता है, रद्द करना पिया। उहदे तो बाद किसानां ने उस स्थान के नेड़े जिथे मनोहर लाल खट्टर का प्रोग्राम सी फतेह रैली की। इस तरह खबर मिल रही है कि हलका दीनानगर अधीन पैंदा कस्बा पुराना शाला उहदे विच भाजपा उम्मीदवार रेणु कश्यप के चोण प्रचार दे विच पहुंचण की खबर मिल गई ते इहदे नाल उन्हां दा चोण प्रचार करने वास्ते पहुंचे सी लोक सभा मैंबर हंसराज हंस। सीनियर भाजपा आगूआं दा किसान मजदूर संघर्ष कमेटी ने सख्त विरोध किया है। इहदे दौरान यह भी पता लग्या कि भाजपा वर्करां ने भी किसानों के खिलाफ जबरदस्त नारेबाजी की। नौबत हथों पाई तक पहुंच चली सी, पर पुलिस ने विच दखल दे के टकराव होने तो बचा लिया। इस तरह हलका सरदूलगढ़ तो भाजपा उम्मीदवार जगजीत सिंह मिल्खा का पिंड ख्याली चहलों च रामानंदी भलाईके ਅਤੇ उडत भगत राम च विरोध होया है। जानकारी अनुसार पिंड उडत भगत राम च किसानों ने भाजपा आगू नूं अगे जाण तो भी डक लिया। जगजीत सिंह मिल्खा ने कहा कि वोट मंगना उन्हों का संविधानक हक है तो वह अपने चोण प्रचार वास्ते पिंडां च आए ने ते आउंदे रहणगे, पर कुछ शरारती अंसर ने जिहड़े जाण बुझ के उन्होंने चोण प्रचार दे विच खलल पा रहे हैं तो उन्हों का विरोध कर रहे हैं। दूसरे पासे किसान कहते असीं कोई शरारती नहीं, असीं किसान सी, किसान हाँ तो किसान ही रहना। मोदी सरकार ने कहते 3 खेती कानून लियाते, संघर्ष के दौरान 700 तो वध जानां कुर्बान हो गई, शहादतां हो गई। वो कहते एक भी शब्द अफसोस का अज तक तुहाडी पार्टी ने बोलिया नहीं, मुआफ़ी तुसीं मंगी नहीं, इस करके भाजपा ते उहदे हमायतियां दा असीं विरोध कीता है ते विरोध करते रहांगे। इस तरह पिंड घराचों दे विच भी भारतीय किसान यूनियन एकता उगराहां दे कारकुनां ने हलका संगरूर तो भाजपा उम्मीदवार अरविंद खन्ना के काफले नूं कालियां झंडियां दिखा के रोस प्रदर्शन किया। जानकारी के अनुसार अरविंद खन्ना ने अपनी चोण मुहिम के तहत पिंड घराचों दे विच एक रैली रखी हुई सी, जिथे अरविंद खन्ना का जबरदस्त विरोध होया। इस तरह भाजपा के कौमी प्रधान JP नड्डा नूरपुर बेदी के दौरे पर आए सन, उत्थे उन्होंने भी किसानों ने कालियां झंडियां दिखाईयां। किसानों ने उस मौके लखीमपुर खीरी जिहड़ी घटनाक्रम वापरिया सी, किसानों का कातल भाजपा के मंत्री अजय मिश्रा के बेटे की जमानत का विरोध किया। भाजपा सरकार के वलों बीते दिनी राम रहीम नूं जिहड़ी फरलो दी गई है उसकी सख्त नखेधी की। जिस तरह कल मैं जिक्र किया सी कि संयुक्त किसान मोर्चा ने हाले सदा दिता कि आने वाले दिनों में उम्मीद है कि भाजपा ते सहयोगियों का विरोध शुरू होगा। उन्हां खबरों के उत्ते मोहर लग गई है कि विरोध शुरू हो गया है, पर तुहानूं बेनती है कि हथों पाई किसी नाल ना होइओ, गाली गलोच किसी नाल ना करिओ। जे जगजीत मिल्खा कहते हैं
ਜਾਂ ਬਾਕੀ ਦੇ ਭਾਜਪਾ ਉਮੀਦਵਾਰ ਜਾਂ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਕਹਿੰਦੇ ਆ ਕਿ ਸੰਵਿਧਾਨਕ ਹੱਕ ਹੈ ਵੋਟ ਮੰਗਣਾ, ਤਾਂ ਤੁਹਾਡਾ ਵੀ ਸੰਵਿਧਾਨਕ ਹੱਕ ਹੈ ਕਿਸ ਦਾ ਵਿਰੋਧ ਕਰਨਾ, ਪਰ ਜ਼ਾਬਤੇ 'ਚ ਰਹਿ ਕੇ, ਸ਼ਾਂਤਮਈ ਰਹਿ ਕੇ ਦੇਖਿਓ, ਕਿਤੇ ਕਾਨੂੰਨ ਨੂੰ ਹੱਥ ਵਿੱਚ ਨਾ ਲੈ ਲਿਓ। ਸਿਰਫ ਭਾਜਪਾ ਉਮੀਦਵਾਰਾਂ ਜਾਂ ਨੇਤਾਵਾਂ ਦਾ ਵਿਰੋਧ ਨਹੀਂ ਹੋਇਆ, ਕਾਂਗਰਸ ਅਤੇ ਅਕਾਲੀ ਦਲ ਵਾਲਿਆਂ ਨਾਲ ਵੀ ਇੰਝ ਹੀ ਹੋਇਆ। ਮਲੋਟ ਹਲਕੇ ਦੇ ਪਿੰਡ ਅਬਲ ਖੁਰਾਣਾ ਦੇ ਲੋਕਾਂ ਨੇ ਚੋਣ ਪ੍ਰਚਾਰ ਕਰਨ ਪਹੁੰਚੀ ਸੀ ਕਾਂਗਰਸੀ ਉਮੀਦਵਾਰ ਰੁਪਿੰਦਰ ਕੌਰ ਰੂਬੀ, ਉਹਨੂੰ ਵੀ ਸਵਾਲਾਂ ਦੀ ਵਾਛੜ ਕਰ ਦਿੱਤੀ, ਜਿਸ ਦਾ ਕਾਂਗਰਸੀ ਆਗੂ ਰੂਬੀ ਨੇ ਤਲਖੀ ਦੇ ਵਿੱਚ ਜਵਾਬ ਦਿੱਤਾ। ਉਹਦੇ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਕਾਂਗਰਸ ਦੇ ਖਿਲਾਫ ਫਿਰ ਜੰਮ ਕੇ ਨਾਅਰੇਬਾਜ਼ੀ ਕੀਤੀ। ਰੂਬੀ ਤੋਂ ਪੁੱਛਿਆ ਗਿਆ ਕਿ ਹਲਕਾ ਦਿਹਾਤੀ ਬਠਿੰਡਾ ਤੋਂ ਜਿੱਤਣ ਤੋਂ ਬਾਅਦ ਦੱਸੋਗੇ ਕਿ ਆਮ ਆਦਮੀ ਪਾਰਟੀ ਕਿਉਂ ਛੱਡ ਦਿੱਤੀ, ਕਾਂਗਰਸ ਦੇ ਵਿੱਚ ਸ਼ਾਮਲ ਕਿਉਂ ਹੋ ਗਏ। ਬਸ ਆਹ ਸਵਾਲ ਪੁੱਛਣ ਤੇ ਬੀਬਾ ਜੀ ਭੜਕ ਪਏ। ਰੂਬੀ ਦੇ ਨਾਲ ਜਿਹੜੇ ਲੋਕ ਆਏ ਸੀ ਉਹਨਾਂ ਨੂੰ ਫਿਰ ਕਿਹਾ, ਕਹਿੰਦੀ ਨਾਲ ਆਏ ਹੋ, ਬੋਲ ਨਹੀਂ ਸਕਦੇ, ਬੋਲੋ ਤੁਸੀਂ ਵੀ ਜੇ ਮੇਰੇ ਤੋਂ ਸਵਾਲ ਪੁੱਛਦੇ ਨੇ। ਪਰ ਬੀਬਾ ਜੀ ਇਹ ਗੱਲ ਭੁੱਲ ਗਏ ਕਿ ਸਵਾਲ ਤੁਹਾਡੇ ਨਾਲ ਆਇਆਂ ਤੋਂ ਨਹੀਂ, ਸਵਾਲ ਤੁਹਾਡੇ ਤੋਂ ਪੁੱਛਿਆ ਗਿਆ। ਪਿੰਡ ਦੇ ਸਰਪੰਚ ਨੇ ਜਸਕਰਨ ਸਿੰਘ ਬਰਾੜ ਸਾਹਿਬ ਕਹਿੰਦੇ, ਕਾਂਗਰਸ ਦੀ ਬੀਤੇ 5 ਸਾਲਾਂ ਦੀ ਕਾਰਗੁਜ਼ਾਰੀ ਤੋਂ ਸਾਡੇ ਪਿੰਡ ਦੇ ਲੋਕ ਖਫਾ ਨੇ। ਅਸਲ ਦੇ ਵਿੱਚ ਆ ਵਿਰੋਧ ਉਹਨਾਂ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ। ਇਸੇ ਤਰ੍ਹਾਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਕੋਟ ਫਤਿਹ, ਉਹਨਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦੇ ਵਾਸਤੇ ਨਥਾਣਾ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਹੁੰਚ ਗਏ। ਹਰਸਿਮਰਤ ਕੌਰ ਬਾਦਲ ਦੇ ਪਹੁੰਚਣ ਦਾ ਪਤਾ ਲੱਗਣ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨ ਪਹੁੰਚ ਗਏ। ਉੱਥੇ ਹਰਸਿਮਰਤ ਕੌਰ ਬਾਦਲ ਦਾ ਵੀ ਜ਼ਬਰਦਸਤ ਵਿਰੋਧ ਹੋਇਆ। ਉਹਨਾਂ ਦੇ ਖਿਲਾਫ ਮੁਰਦਾਬਾਦ ਅਤੇ ਕਾਲੀਆਂ ਝੰਡੀਆਂ ਉਹਨਾਂ ਨੂੰ ਵੀ ਦਿਖਾਈਆਂ ਗਈਆਂ। ਤੇ ਨਾਲ ਦੂਸਰੇ ਪਾਸੇ ਤੁਸੀਂ ਦੇਖੋ ਕਿ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਨੇ। ਸੰਯੁਕਤ ਕਿਸਾਨ ਮੋਰਚਾ ਦੀਆਂ ਕਈ ਜਥੇਬੰਦੀਆਂ ਨੇ ਜਿਹੜੀਆਂ ਇਸ ਵਕਤ ਪੰਜਾਬ ਦੇ ਵਿੱਚ ਚੋਣ ਮੈਦਾਨ 'ਚ ਨਿਤਰੀਆਂ ਹੋਈਆਂ ਸੀ। ਸੰਯੁਕਤ ਸਮਾਜ ਮੋਰਚਾ ਨਾਮ ਦਾ ਉਹਨਾਂ ਨੇ ਆਪਣੀ ਪੋਲੀਟੀਕਲ ਵਿੰਗ ਕਹੀਏ ਜਾਂ ਪਾਰਟੀ ਰਜਿਸਟਰਡ ਹੋ ਚੁੱਕੀ ਹੈ, ਬਣਾ ਲਿਆ ਸੀ। ਪਰ ਉਸ ਜ਼ਮਾਨਤ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਕਿਵੇਂ ਬਦਲੇ ਨੇ। ਸੰਯੁਕਤ ਸਮਾਜ ਮੋਰਚਾ ਦੀ ਆਗੂ ਨੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਮਾਨਸਾ 'ਚ। ਉਹਨਾਂ ਨੇ ਇਸ ਗੰਭੀਰ ਮਸਲੇ ਨੂੰ ਲੈ ਕੇ ਪੰਜਾਬ ਦੀਆਂ ਖੱਬੀਆਂ ਧਿਰਾਂ ਦੇ ਸਮੇਤ ਸੰਯੁਕਤ ਸਮਾਜ ਮੋਰਚੇ ਦੇ ਸਾਰੇ ਉਮੀਦਵਾਰਾਂ ਨੂੰ ਵਾਪਸ ਸੰਘਰਸ਼ ਦੇ ਮੈਦਾਨ ਦੇ ਵਿੱਚ ਕੁੱਦਣ ਦੀ ਅਪੀਲ ਕਰ ਦਿੱਤੀ ਹੈ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਸ ਮਾਮਲੇ ਤੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਅਤੇ ਸੰਯੁਕਤ ਸਮਾਜ ਮੋਰਚੇ ਦੇ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਨਾਲ ਅੱਜ ਬਕਾਇਦਾ ਤੌਰ ਤੇ ਗੱਲਬਾਤ ਕਰਨਗੇ ਕਿ ਆਪਾਂ ਆਪਣੀਆਂ ਉਮੀਦਵਾਰੀਆਂ ਵਾਪਸ ਲੈ ਲਈਏ ਅਤੇ ਕਿਸਾਨੀ ਸੰਘਰਸ਼ ਦੇ ਵਿੱਚ ਫਿਰ ਕੁੱਦ ਜਾਈਏ। ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਪੰਜਾਬ ਕਿਸਾਨ ਯੂਨੀਅਨ ਦੇ ਵੱਲੋਂ 14 ਤੋਂ 16 ਫਰਵਰੀ ਤੱਕ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਦੇ ਵਿਰੋਧ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਲਗਾਤਾਰ ਵਿਰੋਧ ਕੀਤਾ ਜਾਏਗਾ। ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਯੂਪੀ ਸਮੇਤ ਬਾਕੀ ਰਾਜਾਂ ਵਿੱਚ ਜਿੱਥੇ-ਜਿੱਥੇ ਚੋਣਾਂ ਹੋ ਰਹੀਆਂ ਨੇ, ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਾਂਗੇ। ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਮੰਨਣ ਦੀ ਥਾਂ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਨੂੰ ਜ਼ਮਾਨਤ ਦਿਵਾਉਣ ਦੇ ਰੋਸ ਦੇ ਵਜੋਂ ਪੰਜਾਬ ਕਿਸਾਨ ਯੂਨੀਅਨ ਨੇ ਵਿਧਾਨ ਸਭਾ ਚੋਣਾਂ 'ਚੋਂ ਆਪਣੇ ਉਮੀਦਵਾਰ ਗੁਰਨਾਮ ਸਿੰਘ ਭੀਖੀ ਨੂੰ ਤਾਂ ਵਾਪਸ ਲੈਣ ਦਾ ਫੈਸਲਾ ਕਰ ਲਿਆ ਤੇ ਨਾਲ ਖੱਬੀਆਂ ਧਿਰਾਂ ਅਤੇ ਸੰਯੁਕਤ ਸਮਾਜ ਮੋਰਚਾ ਨੂੰ ਅਪੀਲ ਕਰਦੇ ਆ ਕਿ ਆਪਣੇ ਸਾਰੇ ਉਮੀਦਵਾਰ ਵਾਪਸ ਲਈਏ ਤੇ ਨਾਲ ਭਾਜਪਾ ਸਮੇਤ ਉਸਤੇ ਸਾਰੇ ਜਿਹੜੇ ਭਾਈਵਾਲ ਨੇ ਉਹਨਾਂ ਦੇ ਉਮੀਦਵਾਰਾਂ ਦਾ ਬਾਈਕਾਟ ਕਰੀਏ। ਪ੍ਰੈਸ ਕਾਨਫਰੰਸ ਦੇ ਵਿੱਚ ਗੁਰਨਾਮ ਸਿੰਘ ਭੀਖੀ ਵੀ ਰੁਲਦੂ ਸਿੰਘ ਮਾਨਸਾ ਦੇ ਨਾਲ ਸੀ, ਜਿਹੜੇ ਕਿ ਉੱਥੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸਨ। ਉਹਨਾਂ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਭਾਰਤ ਦੀਆਂ ਵੱਖੋ-ਵੱਖ ਜੇਲ੍ਹਾਂ ਦੇ ਵਿੱਚ ਹਾਲੇ ਵੀ ਡੱਕਿਆ ਹੋਇਆ, ਬੰਦ ਕੀਤਾ ਹੋਇਆ ਹੈ ਤੇ ਦੂਸਰੇ ਪਾਸੇ ਭਾਜਪਾ ਦੀ ਛਤਰ ਛਾਇਆ ਦੇ ਹੇਠ ਗੁੰਡਾਗਰਦੀ ਕਰਨ ਵਾਲੇ ਗੁੰਡਿਆਂ ਨੂੰ, ਅਪਰਾਧੀਆਂ ਨੂੰ ਜ਼ਮਾਨਤਾਂ ਦਿੱਤੀਆਂ ਜਾ ਰਹੀਆਂ ਨੇ। ਜੇਕਰ ਰੁਲਦੂ ਸਿੰਘ ਮਾਨਸਾ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਚੋਣ ਮੈਦਾਨ ਦੇ ਵਿੱਚੋਂ ਹਟਣ ਬਾਬਤ ਆ ਪ੍ਰੈਸ ਕਾਨਫਰੰਸ ਕਰਦੇ ਆ ਤੇ ਬਾਕੀ ਉਮੀਦਵਾਰਾਂ ਨੂੰ ਕਹਿੰਦੇ ਆ ਕਿ ਚੋਣ ਮੈਦਾਨ ਦੇ ਵਿੱਚੋਂ ਆਪਾਂ ਬਾਹਰ ਆ ਜਾਈਏ, ਸੰਯੁਕਤ ਸਮਾਜ ਮੋਰਚਾ ਵਾਸਤੇ ਇੱਕ ਵੱਡਾ ਝਟਕਾ ਹੋ ਸਕਦਾ ਹੈ। ਹੁਣ ਦੇਖਣਾ ਹੋਏਗਾ ਕਿ ਕੀ ਰੁਲਦੂ ਸਿੰਘ ਮਾਨਸਾ ਦੀ ਸੰਯੁਕਤ ਸਮਾਜ ਮੋਰਚਾ ਦੇ ਆਗੂ ਉਮੀਦਵਾਰ ਗੱਲ ਮੰਨਦੇ ਆ, ਚੋਣ ਮੈਦਾਨ 'ਚੋਂ ਵਾਪਸ ਆਉਂਦੇ ਆ ਜਾਂ ਫਿਰ ਨਹੀਂ।
इस प्रैस कॉन्फ्रेंस तो बाद रुलदू सिंह मानसा ने यह ਜ਼ਾਹਰ कर दिता है कि वो इन्हां चोणां विचों खੱਬੀਆਂ ਧਿਰਾਂ ਸਮੇਤ मोर्चे के उम्मीदवारों ਨੂੰ बाहर आउण की सलाह ਦਿੰਦੇ ਹੈ ਅਤੇ ਮੁੜ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਸਾਰੀਆਂ ਕਿਸਾਨ ਧਿਰਾਂ ਨੂੰ ਨਿਤਰਨ ਦੀ ਅਪੀਲ ਕਰਦੇ ਹੈ। ਪਰ ਵੇਖੋ ਅੱਜ ਦਾ ਦਿਨ ਕਾਫੀ ਅਹਿਮ ਹੋਵੇਗਾ क्योंकि रुलदू सिंह मानसा ने आख्या कि अज वो बलवीर सिंह राजेवाल नाल इस मुद्दे ते गलबात करनगे। पहली गल तां कि इस वक्त जंग के मैदान च घोड़े बदले जा सकते हैं। दूसरी गल कि गुरनाम सिंह चड़ूनी इन्हां दे आके लाके पिछे हट सकते हैं। जे पिछे हटते हैं तो तुहाडे की विचार ने किरपा करके कमेंट बॉक्स के विच लिखियो। पर रुलदू सिंह मानसा ने आख दिता है कि सानू वापस चोण मैदान चों निकल के एक बार फिर संघर्ष के राह ते तुरना पै सकता है। पर बीते दिनों के उन्होंने बयान कंट्राडिक्ट हो रहे हैं। बीते दिनों के रुलदू सिंह मानसा कहते सी लोगों ने सानू कहा सी चोण मैदान च नितरे आए कि असीं डांगा ही खाई जानियां ने कि साडे वास्ते कानून कोई होर बनावे। पर आशीष मिश्रा की मिली जमानत तो बाद आ प्रैस कॉन्फ्रेंस करके उन्होंने अपना ख्याल साझा कर दिता है। दूसरे पासे डेरा सच्चा सौदा, डेरा सच्चा सौदा का एक राजनीतिक विंग है। उन्होंने खुलेआम प्रचार करना शुरू कर दिता है। पंजाब के तलवंडी साबो तो उम्मीदवार ने हरमिंदर सिंह जस्सी, हरमिंदर सिंह जस्सी नूं उन्होंने अपना समर्थन दे दिता है। दसना बनता है कि गुरमीत राम रहीम के कुड़म ने अते आज़ाद उम्मीदवार वजों वो तलवंडी साबो तो चोण मैदान च ने। डेरे का राजनीतिक विंग है, उहदे इंचार्ज ने राम सिंह। राम सिंह का कहना है कि जस्सी किसी पार्टी का उम्मीदवार नहीं, डेरा मुखी का रिश्तेदार होने करके असीं उहदी मदद कर रहे हैं। राम सिंह ने कहा कि असीं अते साडे प्रेमी चोण प्रचार कर भी रहे हैं ते करांगे भी, क्योंकि हरमिंदर सिंह जस्सी साडे पिता दे कहिंदे कुड़म ने, उन्हां दे रिश्तेदार ने, साडे भी रिश्तेदार होए। हरमिंदर सिंह जस्सी नूं वोटां पावांगे ना कि असीं नोटा दा बटन दबावांगे। दसना बनदा है कि गुरमीत राम रहीम दा बेटा जसमीत इंसा हरमिंदर सिंह जस्सी दी बेटी दे नाल विआहिया होया। हरमिंदर जस्सी पहलां कांग्रेस विच होया करदे सी, कांग्रेस तो टिकट की झाक रखते सी, पर टिकट उन्होंने दिती नहीं गई। इस करके कांग्रेस तो नाराज होकर वो आज़ाद उम्मीदवार के तौर पर चोण लड़ रहे हैं। इस तो पहला भी वो 3 बार लगातार चोणां हार चुके हैं। हरमिंदर जस्सी साल 2012 के बठिंडा विधान सभा हल्के तो श्रोमणी अकाली दल के सरूप चंद सिंगला तो 6445 वोटां नाल हार गए सी। 2014 तलवंडी साबो उप चोणां विच जस्सी फिर तो हार गए सी। फिर 2017 की चोण दे विच वो मौड़ मंडी तो उम्मीदवार सन, उत्थों फिर हार गए सी। ते इह मैं तुहानूं याद करवा दियां कि 2017 की चोण वेले मौड़ मंडी दे विच जस्सी की एक रैली दौरान एक बंब धमाका होया सी ते उस बंब धमाके के दौरान 7 लोगों की मौत हो गई सी। ते उस मामले की जांच हाले भी एक सिट टीम कर रही है। ते उस बंब धमाके दीयां तारां डेरे नाल भी जोड़ियां जा रही सी, क्योंकि जिहड़ी कार उत्थे जिथे बंब धमाका होया सी उहदा कामकार उहदा रंग रोगन डेरे की वर्कशाप दे विच होया सी अते वर्कशाप के कर्मचारियों के खिलाफ भी वो मुकदमा दर्ज किया गया सी। हुण वेखदे हां कि हाले तां वो हरमिंदर जस्सी की खुल मखुली हमायत ते आए ने। यार पहिलां भी दस चुके सी कि वो डेरे के मुखी दे कुड़म ने, रिश्तेदार ने, ते उहदी तां असीं मदद करनी है। दूसरा, डेरे का विंग इस वक्त वड्डे पैमाने ते मीटिंगां कर रहे हैं ते उम्मीद है कि चोणां 20 फरवरी नूं ने। 17, 16 जां 18 फरवरी के नेड़ तेड़ डेरा अपने पत्ते खोल सकता है। किसी एक जां सिर्फ 2 पार्टियां के हक दे विच अपने प्रेमियों नूं वोट पाउण वास्ते संदेश जारी कर सकता है, क्योंकि डेरे का विंग आख रहा है कि उन्हां दे प्रेमी वार वार फोन करके डेरे दे विच आके पुछ रहे हैं कि दसो किहदे हक च वोट पाईए। पर डेरे का विंग है जिहड़ा राजनीतिक वो स्पष्ट कर चुके हैं कि जिहड़े साडे विरोध च खड़े ने उन्हां दे तां विरोध च खड़ना है, जिहड़े डेरे के मारे दिनां दे विच साडे नाल खड़े सी उन्हां दे असीं हक विच खड़ना है। हुण नाल कौन खड़े सी, विरोध च कौन खड़े सी, वैसे तो जग ज़ाहर है, पर 2 दिन की उड़ीक करो, उन्होंने अपने आप भी दस देना कि साडे हक च कौन है ते विरोध च कौन है। सो दोस्तों, ये सी कुल मिला के अपना अज का प्रोग्राम। उम्मीद कर रहे हैं तुहानूं चंगा लग्या होना है। जेकर प्रोग्राम चंगा लग्या कृपा करके लाइक ते शेयर कर देना। जेकर हाले तक तुसी अपने इस चैनल को सबसक्राइब नहीं किया तो कृपा करके सबसक्राइब करके नोटिफिकेशन वाली घंटी जरूर ऑन कर लैनी। तुहाडे दिलों धन्नवादी होवांगे। समा समाप्त है, जाण तो पहला कहांगा जिंदगी जिंदादिली का नाम है। दविंदर सिंह बैनीपाल नूं आग्या दिओ।
ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।